ਕਰੋਲ ਬਾਗ ਪੂਰਾ ਪੰਜਾਬੀ ਇਲਾਕਾ ਹੈਗਾ। ਖਾਲਸਾ ਕਾਲਜ ਹੈਗਾ ਇੱਥੇ। ਖਾਲਸਾ ਕਾਲਜ ਦੇ ਕੋਲ ਜਿਹੜਾ ਮੁਹੱਲਾ ਕਲੀਨਿਕ ਚੱਲ ਰਿਹਾ ਉਹਦੀ ਅੱਜ ਆਪਾਂ ਇੱਕ ਫੈਕਟ ਚੈੱਕ ਕਰਨ ਆਏ ਆ, ਰੀਅਲ ਫੈਕਟ ਚੈੱਕ ਕਰਨ ਆਏ ਹੈਗੇ ਆ। ਰਾਉਂਡ ਵੀ ਜਿਹੜਾ ਲੈ ਕੇ ਦਿਖਾਵਾਂਗੇ। ਜੇ ਆਪਾਂ ਗੱਲ ਕਰੀਏ ਦਵਾਈਆਂ ਨਹੀਂ ਮਿਲਦੀਆਂ ਤਾਂ ਇਹੋ ਜਿਹਾ ਕੁਝ ਲੱਗਦਾ ਨਹੀਂ ਪਿਆ। ਦਵਾਈਆਂ ਦੇ ਢੇਰ ਤੁਹਾਨੂੰ ਇੱਥੇ ਲੱਗੇ ਹੋਏ ਨਜ਼ਰ ਆਣਗੇ। ਜਦੋਂ ਸ਼ੁਰੂ ਹੋਇਆ ਸੀ ਕਨਸੈਪਟ ਕਿ ਦਿੱਲੀ 'ਚ ਇੱਦਾਂ ਦੇ ਮੁਹੱਲਾ ਕਲੀਨਿਕ ਖੁੱਲਣਗੇ, ਉਦੋਂ ਕੀ ਲੱਗਦਾ ਸੀ ਤੁਹਾਨੂੰ ਵੀ ਕੀ ਕਰਨਗੇ? ਕਿਉਂਕਿ ਤੁਸੀਂ ਸਮਝ ਤਾਂ ਗਏ ਹੋਣੇ, ਸਰਕਾਰ ਕਹਿੰਦੀ ਸੀ ਆਪਾਂ ਖੋਲਾਂਗੇ। ਲੱਗਦਾ ਸੀ ਇਹ ਫਾਰਮੂਲਾ ਸਰਕਾਰ ਦਾ ਕਾਮਯਾਬ ਹੋਏਗਾ? ਇਸ ਮੁਹੱਲਾ ਕਲੀਨਿਕ ਵਿੱਚ ਪਹਿਲੇ ਜਦੋਂ ਇਹ ਓਪਨ ਹੋਇਆ ਸੀ ਦੈਟ ਵਾਸ ਫॉर द ਪੂਅਰ ਕਲਾਸ ਪੀਪਲ। ਹੁਣ ਗ੍ਰੈਜੂਅਲੀ ਪੂਅਰ ਆਉਂਦੇ ਨੇ, ਅਪਰ ਪੂਅਰ ਆਉਂਦੇ ਨੇ, ਮਿਡਲ ਆਉਂਦੇ ਨੇ, ਅਪਰ ਮਿਡਲ ਐਂਡ ਹਾਇਰ ਕਲਾਸ ਪੀਪਲ ਸਾਰੇ ਆਉਂਦੇ ਨੇ। ਸਕੀਮ ਵਿੱਚ ਉਹਨਾਂ ਨੇ ਹਰ ਫੈਸਿਲਿਟੀ ਪ੍ਰੋਵਾਈਡ ਕੀਤੀ ਹੋਈ ਹੈ। ਜਿਵੇਂ ਸੀਟੀ ਸਕੈਨ ਹੈ, ਕੋਈ MRI ਕਰਾਉਣਾ ਹੈ, ਕੋਈ ਪੇਸ਼ੈਂਟ ਨੂੰ ਐਡਮਿਟ ਕਰਨਾ ਹੈਗਾ ਹਸਪੀਟਲ 'ਚ, ਉਹ ਸਾਰੀਆਂ ਫੈਸਿਲਿਟੀਜ਼ ਹੈਗੀਆਂ। ਹਸਪੀਟਲ ਚਲੋ ਬਾਅਦ ਦੀ ਗੱਲ ਆ ਗਈ, ਮੁਹੱਲਾ ਕਲੀਨਿਕ ਆਮ ਆਦਮੀ ਇੰਨਾ ਕਿਉਂ ਪ੍ਰੈਫਰ ਕਰ ਰਿਹਾ? ਕਿਉਂਕਿ ਮੁਹੱਲਾ ਕਲੀਨਿਕ ਵਿੱਚ ਬਾਕੀ ਜਿਹੜੀਆਂ ਦਿੱਲੀ ਐਡਮਿਨਿਸਟ੍ਰੇਸ਼ਨ ਕਾਰਪੋਰੇਸ਼ਨ ਡਿਸਪੈਂਸਰੀਜ਼ ਹਨ, ਉੱਥੇ ਤੁਹਾਨੂੰ ਇੰਨੀ ਸਰਵਿਸਿਜ਼ ਨਹੀਂ ਮਿਲਦੀਆਂ ਹੈਗੀਆਂ ਸਰਵਿਸਿਜ਼, ਪਰ ਜਿੰਨੀ ਇਫੈਕਟਿਵ ਸਰਵਿਸ ਮੁਹੱਲਾ ਕਲੀਨਿਕ ਵਿੱਚ ਹੈਗੀ ਹੈ ਨਾ, ਲੋਕਾਂ ਨੂੰ, ਗਰੀਬ ਆਦਮੀ ਨੂੰ ਬਹੁਤ ਫਾਇਦਾ ਹੈਗਾ ਹੈ। ਅੱਛਾ ਜੀ। ਜਿਹੜਾ ਅੰਦਰ ਦਵਾਈ ਵੀ ਵਧੀਆ ਮਿਲਦੀ ਹੈ, ਔਰ ਮੇਰੇ ਖਿਆਲ ਨਾਲ ਸਾਡੇ ਦੁਕਾਨ ਦੇ ਮੁੰਡੇ ਕਈ ਆਉਂਦੇ ਨੇ, ਇੱਥੋਂ ਲੈ ਜਾਂਦੇ ਨੇ ਦਵਾਈ, ਇੱਕ ਦਿਨ 'ਚ ਇੱਕ ਖੁਰਾਕ ਹੀ ਠੀਕ ਹੋ ਜਾਂਦੀ ਹੈ। ਇੱਥੇ ਸਸਤੀ ਦਾ ਕੰਮ ਤੇ ਫ੍ਰੀ ਦਾ ਕੰਮ, ਸਸਤਾ ਵੀ ਤੇ ਫ੍ਰੀ ਵੀ ਹੈਗਾ। ਸਕਰੋਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਮੁਹੱਲਾ ਕਲੀਨਿਕਾਂ ਦੀ ਅਸਲੀਅਤ ਜਾਣਨ ਲਈ, ਹਕੀਕਤ ਜਾਣਨ ਲਈ ਸਕਰੋਲ ਪੰਜਾਬ ਦੀ ਟੀਮ ਦਿੱਲੀ ਦੇ ਦੌਰੇ ਕਰ ਰਹੀ ਹੈਗੀ ਹੈ। ਵਿਧਾਨ ਸਭਾ ਜਿੱਥੇ ਹੈਗੀ ਹੈ ਦਿੱਲੀ ਦੀ, ਉੱਥੇ ਆਪਾਂ ਗਏ ਸੀਗੇ। ਹੋਰ ਕਈ ਇਲਾਕਿਆਂ 'ਚ ਜਾ ਕੇ ਦੇਖਿਆ, ਭਾਵੇਂ ਉਹ ਪੋਲੀ ਕਲੀਨਿਕ ਸੀਗੇ, ਭਾਵੇਂ ਉਹ ਮੁਹੱਲਾ ਕਲੀਨਿਕ ਸੀਗੇ। ਪਹਿਲੀ ਨਜ਼ਰ ਸ਼ਾਇਦ ਸਾਨੂੰ ਵੀ ਲੱਗਦਾ ਸੀ ਕਿ ਸ਼ਹਿਰ 'ਚ ਕੁਝ ਥਾਵਾਂ 'ਤੇ ਇੱਦਾਂ ਦਾ ਕਰ ਦਿੱਤਾ ਹੋਣਾ, ਪਰ ਅਸੀਂ ਅੱਜ ਸਿਵਲ ਲਾਈਨ ਦਾ ਜਿਹੜਾ ਵਿਧਾਨ ਸਭਾ ਵਾਲਾ ਇਲਾਕਾ, ਉਸ ਤੋਂ ਬੜੀ ਦੂਰ ਆ ਕੇ ਕਰੋਲ ਬਾਗ ਪੂਰਾ ਪੰਜਾਬੀ ਇਲਾਕਾ ਹੈਗਾ। ਖਾਲਸਾ ਕਾਲਜ ਹੈਗਾ ਇੱਥੇ। ਖਾਲਸਾ ਕਾਲਜ ਦੇ ਕੋਲ ਜਿਹੜਾ ਮੁਹੱਲਾ ਕਲੀਨਿਕ ਚੱਲ ਰਿਹਾ ਉਹਦੀ ਅੱਜ ਆਪਾਂ ਇੱਕ ਫੈਕਟ ਚੈੱਕ ਕਰਨ ਆਏ ਆ, ਰੀਅਲ ਫੈਕਟ ਚੈੱਕ ਕਰਨ ਆਏ ਹੈਗੇ ਆ। ਬਈ ਕਿਤੇ ਦਿੱਲੀ ਸਰਕਾਰ ਨੇ ਜਾਂ ਜਿਹੜੀ ਪਾਰਟੀ ਦੀ ਗਵਰਨਮੈਂਟ ਆ, ਉਹਨਾਂ ਨੇ ਕਿਤੇ ਕੁਝ ਖਾਸ ਇਲਾਕਿਆਂ 'ਚ ਤਾਂ ਨਹੀਂ ਕੀਤਾ, ਸਿਰਫ ਪ੍ਰੋਜੈਕਟ ਜਿਹੜਾ ਮੁਹੱਲਾ ਕਲੀਨਿਕ ਚਲਾਇਆ ਲੋਕਾਂ ਨੂੰ ਖੁਸ਼ ਕਰਨ ਲਈ, ਲੋਕਾਂ 'ਚ ਆਪਣੀ ਉਹ ਦਿਖਾਉਣ ਦੇ ਲਈ, ਕਹਿ ਲਓ ਕਾਰਜਗੁਜ਼ਾਰੀ ਦਿਖਾਉਣ ਦੇ ਲਈ। ਸੋ ਇੱਕ ਮੁਹੱਲਾ ਕਲੀਨਿਕ ਦਾ ਪੂਰਾ ਤੁਹਾਨੂੰ ਆਪਾਂ ਰਾਉਂਡ ਵੀ ਜਿਹੜਾ ਲੈ ਕੇ ਦਿਖਾਵਾਂਗੇ। ਜੇ ਆਪਾਂ ਗੱਲ ਕਰੀਏ ਦਵਾਈਆਂ ਨਹੀਂ ਮਿਲਦੀਆਂ ਤਾਂ ਇਹੋ ਜਿਹਾ ਕੁਝ ਲੱਗਦਾ ਨਹੀਂ ਪਿਆ। ਦਵਾਈਆਂ ਦੇ ਢੇਰ ਤੁਹਾਨੂੰ ਇੱਥੇ ਲੱਗੇ ਹੋਏ ਨਜ਼ਰ ਆਣਗੇ। ਵੱਖ-ਵੱਖ ਬਿਮਾਰੀਆਂ ਦੇ ਤੁਸੀਂ ਰੈਂਕ ਦੇ ਸਕਦੇ ਹੋ, ਭਰੇ ਪਏ ਹੈਗੇ ਨੇ। ਦਵਾਈਆਂ ਦੀ ਲੱਗਦਾ ਕੋਈ ਘਾਟ ਜੇ ਇੱਥੇ ਨਹੀਂ ਹੋਏਗੀ। ਫਾਰਮਾਸਿਸਟ ਵੀ ਬੈਠੇ ਹੋਏ ਨੇ ਇੱਥੇ, ਇਹਨਾਂ ਕੋਲ ਵੀ ਦੇਖ ਸਕਦੇ ਹੋ ਤੁਸੀਂ, ਫਾਰਮਾਸਿਸਟ ਬਕਾਇਦਾ ਸਿਟਿੰਗ ਹੈਗੇ ਨੇ। ਦਵਾਈਆਂ ਇਹਨਾਂ ਕੋਲ ਵੀ ਪਈਆਂ ਨੇ। ਉੱਥੇ ਡਾਕਟਰ ਸਾਹਿਬ ਵੀ ਬੈਠੇ ਹੋਏ ਨੇ, ਚਿਕਿਤਸਾ ਅਧਿਕਾਰੀ ਜਿਹੜਾ ਇੱਥੇ ਕਹਿ ਲਓ ਵੀ ਮੈਡੀਕਲ ਆਫੀਸਰ ਹੁੰਦਾ। ਸੋ ਇੱਕ ਇਹ ਪੂਰਾ ਆਪਾਂ ਏਰੀਅਲ ਵੀ ਸ਼ਾਟ ਲੈ ਕੇ ਦੇਖ ਰਹੇ ਹੈਗੇ ਆ। ਸੋ ਕਿੰਨੇ ਕੁ ਕਾਰਾਗਰ ਸਾਬਿਤ ਹੋ ਰਹੇ ਨੇ। ਔਰ ਡਾਕਟਰ ਜਿਹੜਾ ਹੁੰਦਾ ਨਾ, ਉਹ ਇਹੋ ਜਿਹਾ ਹੁੰਦਾ ਕਿ ਉਹ ਸਭ ਤੋਂ ਪਹਿਲਾਂ ਮਰੀਜ਼ ਨੂੰ ਦੇਖਦਾ ਹੁੰਦਾ। ਉਹਨੇ ਇਹ ਨਹੀਂ ਦੇਖਣਾ ਹੁੰਦਾ ਕਿ ਸਰਕਾਰੀ ਇਹਦੇ 'ਚ ਕੋਈ ਮੈਨੂੰ ਬੈਨੀਫਿਟ ਆਏ ਨਹੀਂ ਹੈ, ਮੈਂ ਸਰਕਾਰ ਦੀ ਬੋਲੀ ਬੋਲਣੀ ਹੈ। ਸੋ ਡਾਕਟਰ ਸਾਹਿਬ ਨਾਲ ਵੀ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਡਾਕਟਰ AP ਸਿੰਘ ਕਹਿੰਦੇ ਹੈਗੇ ਨਾ। ਮੈਂ ਬਹੁਤ ਸੀਨੀਅਰ ਫਿਜ਼ੀਸ਼ੀਅਨ ਹੈਗਾ। ਮੈਂ ਪਹਿਲੇ ਸੈਂਟਰਲ ਗਵਰਨਮੈਂਟ ਵਿੱਚ ਹੈਗਾ ਸਾਂ, ਉੱਥੋਂ ਮੈਂ 30-35 ਸਾਲ ਕੰਮ ਕੀਤਾ। ਉੱਥੋਂ ਰਿਟਾਇਰ ਹੋ ਗਿਆ, 16 ਸਾਲ ਹੋ ਗਏ ਨਾ। ਹੁਣ ਪਿਛਲੇ 2 ਸਾਲਾਂ ਤੋਂ ਮੈਂ ਇਹ ਮੁਹੱਲਾ ਕਲੀਨਿਕ ਮੈਂ ਜੁਆਇਨ ਕੀਤਾ ਹੈਗਾ। ਤੇ ਡਾਕਟਰ ਸਾਹਿਬ ਪਹਿਲਾਂ ਇਹੀ ਜਾਣਨਾ ਚਾਹਾਂਗਾ, ਤੁਹਾਡਾ ਇੰਨਾ ਲੰਬਾ ਮੈਡੀਕਲ ਲਾਈਨ ਦਾ ਤਜਰਬਾ ਹੈ, ਤੁਹਾਡੀ ਸਾਰੀ ਜ਼ਿੰਦਗੀ ਦਾ। ਜਦੋਂ ਸ਼ੁਰੂ ਹੋਇਆ ਸੀ ਕਨਸੈਪਟ ਕਿ ਦਿੱਲੀ 'ਚ ਇੱਦਾਂ ਦੇ ਮੁਹੱਲਾ ਕਲੀਨਿਕ ਖੁੱਲਣਗੇ, ਉਦੋਂ ਕੀ ਲੱਗਦਾ ਸੀ ਤੁਹਾਨੂੰ ਵੀ ਕੀ ਕਰਨਗੇ? ਕਿਉਂਕਿ ਤੁਸੀਂ ਸਮਝ ਤਾਂ ਗਏ ਹੋਣੇ, ਸਰਕਾਰ ਕਹਿੰਦੀ ਸੀ ਆਪਾਂ ਖੋਲਾਂਗੇ। ਲੱਗਦਾ ਸੀ ਇਹ ਫਾਰਮੂਲਾ ਸਰਕਾਰ ਦਾ ਕਾਮਯਾਬ ਹੋਏਗਾ? ਸ਼ੁਰੂ 'ਚ ਮੈਨੂੰ ਕੁਝ ਇਸ ਦੇ ਬਾਰੇ ਕੁਝ ਗਿਆਨ ਨਹੀਂ ਹੈਗਾ ਸੀ, ਬਟ ਜਿਸ ਤਰ੍ਹਾਂ ਹੁਣ ਤੁਸੀਂ ਇਸ ਦੇ ਅੰਦਰ ਆਏ ਹੈਗੇ ਹੋ, ਤੁਸੀਂ ਆਪਣੀ ਸਰਵਿਸਿਜ਼ ਦਿੰਦੇ ਪਏ ਹੈਗੇ ਹੋ, ਹੁਣ ਸਾਨੂੰ ਪਤਾ ਚੱਲਦਾ ਹੈਗਾ ਕਿ ਹਾਊ ਇੰਪੋਰਟੈਂਟ ਇਸ ਮੁਹੱਲਾ ਕਲੀਨਿਕ। ਇਸ ਮੁਹੱਲਾ ਕਲੀਨਿਕ ਵਿੱਚ ਪਹਿਲੇ ਜਦੋਂ ਇਹ ਓਪਨ ਹੋਇਆ ਸੀ ਦੈਟ ਵਾਸ ਫॉर द ਪੂਅਰ ਕਲਾਸ ਪੀਪਲ। ਹੁਣ ਗ੍ਰੈਜੂਅਲੀ ਪੂਅਰ ਆਉਂਦੇ ਨੇ, ਅਪਰ ਪੂਅਰ ਆਉਂਦੇ ਨੇ, ਮਿਡਲ ਆਉਂਦੇ ਨੇ, ਅਪਰ ਮਿਡਲ ਐਂਡ ਹਾਇਰ ਕਲਾਸ ਪੀਪਲ ਸਾਰੇ ਆਉਂਦੇ ਨੇ। ਦੇ ਵਾਂਟ ਟੂ ਅਵੇਲ ਦਾ ਸਰਵਿਸਿਜ਼, ਕਿਉਂਕਿ ਇੱਥੇ ਜੇ ਸਰਵਿਸਿਜ਼ ਮਿਲਦੀਆਂ ਟੋਟਲੀ ਫ੍ਰੀ ਆਫ ਕਾਸਟ ਹੈਗਾ, ਐਂਡ ਦੇ ਗੈਟ ਦਾ ਬੈਸਟ ਮੈਡੀਸਨ। ਕਿਉਂਕਿ ਸਾਨੂੰ ਕੋਈ ਲਾਲਚ ਨਹੀਂ ਹੈਗਾ। ਜਿਸ ਇਨਸਾਨ ਨੂੰ ਕੋਈ ਲਾਲਚ ਨਹੀਂ ਹੈਗਾ, ਉਹ ਤੁਹਾਨੂੰ ਬੈਸਟ ਸਰਵਿਸ ਦੇਗਾ। ਸਾਡੇ ਇੱਥੇ ਟੈਸਟਿੰਗ ਵੀ ਹੋ ਰਹੀ ਹੈਗੀ, ਸਾਡੇ ਇੱਥੇ ਡਰੈਸਿੰਗਸ ਵੀ ਹੁੰਦੀਆਂ। ਵੀ ਹੈਵ ਗੋਟ ਦ ਕੰਪਲੀਟ ਡਰੈਸਿੰਗ ਮਟੀਰੀਅਲ। ਨਿਸਵਾਰਥ ਦੀ ਜਿਹੜੀ ਗੱਲ ਆਉਂਦੀ ਹੈ, ਨਿਸਵਾਰਥ ਸੇਵਾ ਦੀ ਗੱਲ ਆ ਜਾਂਦੀ ਹੈ। ਹਾਂ, ਬਸ ਉਹ ਵਾਲੀ ਹੈਗੀ ਹੈ। ਮਤਲਬ ਵੀ ਆਰ ਡੂਇੰਗ ਆਰ ਸਰਵਿਸ, ਕਿਉਂਕਿ ਵੀ ਆਰ ਗਿਵਿੰਗ ਆਰ ਦ ਬੈਸਟ ਸਰਵਿਸ। ਸਾਡੇ ਕੋਲ 39-40 ਸਾਲ ਦਾ ਐਕਸਪੀਰੀਅੰਸ ਹੈਗਾ ਹੈ। ਮੈਂ ਇੰਨਾ ਕੰਮ ਕੀਤਾ ਹੈਗਾ। ਆਈ ਰਿਟਾਇਰਡ ਐਜ਼ ਐ ਐਡੀਸ਼ਨਲ ਡਾਇਰੈਕਟਰ ਜਨਰਲ ਫਰਮ ਦ ਗਵਰਨਮੈਂਟ ਆਫ ਇੰਡੀਆ। ਹਾਂ,
ਤੇ ਹੁਣ ਮੈਨੂੰ ਕੋਈ ਮਤਲਬ ਉਹ ਨਹੀਂ ਹੈਗਾ। ਹੁਣ ਨਾਓ ਆਈ ਐਮ ਗਿਵਿੰਗ ਮਾਈ ਸਰਵਿਸਿਜ਼ ਕਿ ਇਨ For the society. ਜਿਹੜੇ ਫॉर द ਸੋਸਾਇਟੀ ਉਹ ਜਿਹੜੇ ਲੋੜਮੰਦ ਹੈਗੇ ਨੇ, ਉਹਨਾਂ ਨੂੰ ਕੋਈ ਵੀ ਸਰਵਿਸ ਕੋਈ ਬੇਵਕੂਫ ਬਣਾਉਂਦਾ ਤਾਂ ਉਹ ਸਿੱਧਾ ਸਾਡੇ ਕੋਲ ਆ ਜਾਣ। ਵੀ ਵਿਲ ਪ੍ਰੋਵਾਈਡ them each and every clue। ਔਰ ਇੱਥੇ ਖਾਲੀ ਇੱਥੇ ਨਹੀਂ ਹੈਗਾ, ਇੱਥੇ ਇਸ ਸਕੀਮ ਵਿੱਚ ਉਹਨਾਂ ਨੇ ਹਰ ਫੈਸਿਲਿਟੀ ਪ੍ਰੋਵਾਈਡ ਕੀਤੀ ਹੋਈ ਹੈ। ਜਿਸ ਤਰ੍ਹਾਂ CT ਸਕੈਨ ਹੈ, ਕੋਈ MRI ਕਰਾਉਣਾ ਹੈ, ਕੋਈ ਪੇਸ਼ੈਂਟ ਨੂੰ ਐਡਮਿਟ ਕਰਨਾ ਹੈਗਾ ਹਸਪੀਟਲ 'ਚ, ਉਹ ਸਾਰੀਆਂ ਫੈਸਿਲਿਟੀਜ਼ ਹੈਗੀਆਂ। ਹਾਂਜੀ, ਤੁਹਾਡਾ ਇੰਨਾ ਲੰਬਾ ਤਜਰਬਾ ਹੈਗਾ, ਤੁਹਾਡੀ ਇੰਨੇ ਵੱਡੇ ਅਹੁਦੇ ਤੋਂ ਤੁਸੀਂ ਸੇਵਾ ਮੁਕਤ ਹੋਏ ਹੈਗੇ ਹੋ। ਇੱਕ ਫਰਕ ਜਾਣਨਾ ਚਾਹਾਂਗਾ, ਉਹ ਪੋਲੀ ਕਲੀਨਿਕ ਵੀ ਦਿੱਲੀ ਚੱਲਦੇ ਨੇ, ਡਿਸਪੈਂਸਰੀਜ਼ ਵੀ ਚੱਲਦੀਆਂ ਨੇ, ਮੁਹੱਲਾ ਕਲੀਨਿਕ ਵੀ ਚੱਲਦੇ ਨੇ, ਹਸਪੀਟਲ ਤਾਂ ਚਲੋ ਬਾਅਦ ਦੀ ਗੱਲ ਆ ਗਈ। ਮੁਹੱਲਾ ਕਲੀਨਿਕ ਆਮ ਆਦਮੀ ਇੰਨਾ ਕਿਉਂ ਪ੍ਰੈਫਰ ਕਰ ਰਿਹਾ? ਕਿਉਂਕਿ ਮੁਹੱਲਾ ਕਲੀਨਿਕ ਵਿੱਚ ਬਾਕੀ ਜਿਹੜੀਆਂ ਦਿੱਲੀ ਐਡਮਿਨਿਸਟ੍ਰੇਸ਼ਨ ਕਾਰਪੋਰੇਸ਼ਨ ਡਿਸਪੈਂਸਰੀਜ਼ ਹਨ, ਉੱਥੇ ਤੁਹਾਨੂੰ ਇੰਨੀ ਸਰਵਿਸਿਜ਼ ਨਹੀਂ ਮਿਲਦੀਆਂ ਹੈਗੀਆਂ ਸਰਵਿਸਿਜ਼, ਪਰ ਜਿੰਨੀ ਇਫੈਕਟਿਵ ਸਰਵਿਸ ਮੁਹੱਲਾ ਕਲੀਨਿਕ ਵਿੱਚ ਹੈਗੀ ਹੈ ਨਾ। ਪੇਸ਼ੈਂਟ ਵਾਕ ਇਨ ਆਇਆ, ਆਪਣੇ ਆਪ ਨੂੰ ਐਗਜ਼ਾਮਿਨ ਉਸਨੇ ਕਰਾਇਆ, ਡਾਕਟਰ ਨੇ ਦੇਖਿਆ, ਦਵਾਈ ਲਿਖੀ, ਐਂਡ ਵਿਦਨ 5 to 10 minutes ਹੀ ਇਜ਼ ਆਊਟ ਆਫ ਦਾ ਮੁਹੱਲਾ ਕਲੀਨਿਕ। ਔਰ ਜਦ ਕਿ ਇਹ ਚੀਜ਼ਾਂ ਬਾਕੀ ਜਗ੍ਹਾ ਡਿਸਪੈਂਸਰੀਜ਼ ਨਹੀਂ ਹੈਗੀਆਂ। ਉਹ ਸਾਡੇ ਇੱਥੇ ਬੈਠੇ ਬੈਠੇ ਵੀ ਹੈਵ ਗੋਟ ਦ ਟੈਸਟਿੰਗ ਫੈਸਿਲਿਟੀ। ਅਸੀਂ ਨਾਲ ਹੀ ਕੋਈ ਟੈਸਟ ਕਰਾਉਣਾ ਹੁੰਦਾ, ਅਸੀਂ ਨਾਲ ਹੀ ਟੈਸਟ ਕਰਾ ਦਿੰਦੇ ਹੈਗੇ ਆ। ਸਾਡੇ ਕੋਲ ਇੱਥੇ ਮੈਡੀਕਲ ਕਲੀਨਿਕਲ ਅਸਿਸਟੈਂਟ ਹੈਗੀ ਹੈ, ਜੇ ਉਹ ਫਟਾਫਟ ਬਲੱਡ ਲੈ ਲੈਂਦੀ ਹੈ, ਔਰ 11 ਵਜੇ ਅਸੀਂ ਸੈਂਪਲ ਸਾਰੇ ਜਿਹੜੇ ਸਾਡੀ ਲੈਬੋਰਟਰੀ ਹੈਗੀ ਹੈ ਅਸੀਂ ਉੱਥੇ ਭੇਜ ਦਿੰਦੇ ਹੈਗੇ ਆ। ਤੇ ਇੱਥੇ ਡਾਕਟਰ ਸਾਹਿਬ OPD ਦੀ ਕੀ ਰੇਸ਼ੋ ਹੈਗੀ ਹੈ ਪਰ ਡੇ? OPD ਦੇਖੋ, ਛੁੱਟੀ ਤੋਂ ਬਾਅਦ ਇੱਥੇ ਦੀ OPD ਵੱਧ ਜਾਂਦੀ ਹੈਗੀ ਹੈ, ਕਿਉਂਕਿ ਇੱਕ ਦਿਨ ਦੀ ਛੁੱਟੀ ਆ ਜਾਂਦੀ ਤੇ ਅਟੈਂਡੈਂਸ ਵੱਧ ਜਾਂਦੀ ਹੈ। ਉਸ ਤੋਂ ਬਾਅਦ ਨਾਰਮਲ ਡੇਜ਼ ਵਿੱਚ ਸਾਡੀ ਕੋਈ 150 ਦੀ ਅਟੈਂਡੈਂਸ ਰਹਿੰਦੀ ਹੈਗੀ ਹੈ। ਮਤਲਬ 100 ਪਲੱਸ ਹੀ ਹੈ, ਮਤਲਬ ਰੋਜ਼ ਦਾ ਪਲੱਸ ਹੈਗੀ ਹੈ। ਉਹ ਜਦੋਂ ਇੱਕ ਦੋ ਛੁੱਟੀਆਂ ਵਿਚਕਾਰ ਪੈ ਜਾਣ, ਉਸ ਤੋਂ ਬਾਅਦ ਫਿਰ ਵੀ ਟੱਚ 200 ਦੇ ਆਸ-ਪਾਸ ਹੋ ਜਾਂਦੀ ਹੈਗੀ ਹੈ। ਅੱਛਾ, ਬੀਇੰਗ ਹੁਣ ਮੈਂ ਤੁਹਾਡੇ ਤੇ ਐਜ਼ ਅ ਡਾਕਟਰ ਨਹੀਂ, ਐਜ਼ ਅ ਸਿਟੀਜ਼ਨ ਜਾਣਨਾ ਚਾਹੂੰਗਾ। ਐਜ਼ ਅ ਸਿਟੀਜ਼ਨ ਤੁਹਾਡੇ ਵਿਊ ਆਫ ਪੁਆਇੰਟ ਨਾਲ ਸਰਕਾਰ ਨੇ ਜਿਹੜਾ ਕਹਿ ਲਓ ਵੀ ਇਹ ਵਾਅਦਾ ਕੀਤਾ ਸੀ, ਉਹ ਪੂਰਾ ਕਰਨ 'ਚ ਕਿੰਨਾ ਸਕਸੈਸ ਹੋ ਪਾਈ ਹੈ? ਬਹੁਤ ਸਕਸੈਸਫੁਲ ਹੈਗੀ ਹੈ। ਦਿਸ ਮੁਹੱਲਾ ਕਲੀਨਿਕ ਜਿਸ ਏਮ ਨਾਲ ਉਹਨਾਂ ਨੇ ਸਟਾਰਟ ਕੀਤਾ ਸੀ, ਉਸ ਏਮ ਵਿੱਚ ਆਈ ਥਿੰਕ ਕਿ ਉਸਦੇ ਕੋਈ ਕਮੀ ਨਹੀਂ ਹੈਗੀ। ਐਂਡ ਦਿਸ ਸਰਵਿਸਿਜ਼ ਹੈਜ਼ ਬੀਨ ਅਵੇਲਡ ਬਾਈ ਈਚ ਐਂਡ ਐਵਰੀ ਸਿਟੀਜ਼ਨ ਆਫ ਦਿਸ ਦਿੱਲੀ। ਇਹ ਸਰਵਿਸ ਕੇ ਨਾਮ ਹੈ ਮੇਰਾ, ਇਹ ਸਰਵਿਸਿਜ਼ ਜਿਹੜੀ ਹੈਗੀ ਨਾ, ਉਹ ਕਿਸੇ ਮੁਲਕ ਵਿੱਚ ਨਹੀਂ ਹੈਗੀਆਂ। ਮੈਂ ਇੰਨੇ ਜਗ੍ਹਾ ਮੈਂ ਆਪਣੇ ਦੇਸ਼ 'ਚ ਸਾਰੇ ਪਾਸੇ ਨਹੀਂ ਹੈ ਕਿਤੇ, ਆਪਣੇ ਦੇਸ਼ ਵਿੱਚ ਵੀ ਨਹੀਂ ਹੈਗੇ। ਮੈਂ ਇੰਨਾ ਜਗ੍ਹਾ ਬਾਅਦ ਵੀ ਮੈਂ ਘੁੰਮ ਕੇ ਆਇਆ, ਸਭ ਕੁਝ ਕਰਕੇ। ਬਟ ਇਹ ਜਿਹੜੀ ਸਰਵਿਸਿਜ਼ ਹੈਗੀਆਂ, ਜਿਹੜੀ ਕਿ ਮੁਹੱਲਾ ਵਿੱਚ ਤੁਸੀਂ ਇੰਟੀਰੀਅਰ ਵਿੱਚ ਬੈਠੇ ਹੈਗੇ, ਤੁਸੀਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ, ਵੇਅਰ ਜਿੱਥੇ ਕਿ ਹਰ ਆਦਮੀ ਗਲੀ ਮਹੱਲਾ ਹੋ ਗਿਆ, ਗਲੀ ਹੋ ਗਿਆ, ਜਿੱਥੇ ਹਰ ਆਦਮੀ ਆ ਕੇ ਆਪਣੀ ਸਰਵਿਸ ਆ ਕੇ ਉਹ ਲੈ ਕੇ ਉਹ ਜਾਂਦਾ ਹੈਗਾ। ਐਂਡ ਆਈ ਥਿੰਕ ਕਿ 99% ਜਿਹੜੇ ਮਰੀਜ਼ ਹੈਗੇ, ਦੇ ਆਰ ਸੈਟਿਸਫਾਈਡ ਵਿਦ ਦਿਸ ਸਰਵਿਸ। ਉਹ ਇੱਥੇ ਆਉਣਾ ਚਾਹੁੰਦੇ ਨੇ ਇਨ ਸਪਾਈਟ ਆਫ ਗੋਇੰਗ ਟੂ ਸਮ ਅਦਰ ਪਲੇਸਿਸ। ਹਸਪੀਟਲ ਜਾਣਾਂਗੇ ਪਰੇਸ਼ਾਨੀ ਹੋਏਗੀ, ਹਸਪੀਟਲ 'ਚ ਜਾਣ ਵਿੱਚ ਬੜੀ ਲੰਬੀ ਲਾਈਨਾਂ ਹੁੰਦੀਆਂ ਨੇ। ਪਹਿਲੇ ਤਾਂ ਹਸਪੀਟਲ ਜਾਣ ਨੂੰ ਮੁਸ਼ਕਿਲ ਹੁੰਦਾ, ਗਰੀਬ ਆਦਮੀ ਕਿੱਥੋਂ ਜਾਏਗਾ? ਹੀ ਹੈਜ਼ ਟੂ, ਉਸਨੇ ਚਾਹੇ ਕਨਵੈਂਸ ਲੇਗਾ, ਕੁਛ ਲੇਗਾ, ਟਾਈਮ ਕੰਜ਼ਿਊਮਿੰਗ ਹੈਗਾ। ਇੱਥੇ ਤਾਂ ਹਰ ਮੁਹੱਲੇ 'ਚ ਮੁਹੱਲਾ ਕਲੀਨਿਕ ਖੁੱਲ੍ਹਿਆ ਹੋਇਆ ਹੈ, ਆਪਣਾ ਜਾਏਗਾ 5-10 ਮਿੰਟ ਵਿੱਚ ਆਪਣਾ ਕੰਮ ਕਰਕੇ ਉਹ ਬਾਅਦ ਵਿੱਚ ਆਪਣੀ ਡਿਊਟੀ ਕਰਨ ਚਲਾ ਜਾਏਗਾ। ਥੈਂਕ ਯੂ ਜੀ। ਸੋ ਇਹ ਆਪਾਂ ਇੱਕ ਫੈਕਟ ਚੈੱਕ ਲਈ, ਜਿਹੜਾ ਰੀਅਲ ਫੈਕਟ ਚੈੱਕ ਲਈ ਇੱਥੇ ਪਹੁੰਚੇ ਹੋਏ ਸੀਗੇ। ਇਹ ਕਰੋਲ ਬਾਗ ਦਾ ਜਿਹੜਾ ਖਾਲਸਾ ਕਾਲਜ ਨੇੜੇ ਦਿੱਲੀ ਦਾ ਮੁਹੱਲਾ ਕਲੀਨਿਕ ਹੈਗਾ। ਪਬਲਿਕ ਤੁਸੀਂ ਵੀ ਦੱਸੋ, ਡਾਕਟਰ ਸਾਹਿਬ ਨੇ ਦੱਸਿਆ ਕਿ 100 ਤੋਂ ਪਲੱਸ ਹੀ 150 ਦੇ ਰਾਊਂਡ ਹੀ ਜਿਹੜਾ ਇੱਥੇ ਤੁਹਾਨੂੰ ਮਰੀਜ਼ ਮਿਲਣਗੇ। ਇੱਕ ਤੁਹਾਨੂੰ ਬਾਹਰੋਂ ਵੀ ਰਾਊਂਡ ਲੈ ਕੇ ਦਿਖਾਉਂਦੇ ਆ ਮੁਹੱਲਾ ਕਲੀਨਿਕ ਦਾ। घर घर स्वास्थ्य ले जाएंगे, रोग मुक्त शहर बनाएंगे, ਇਹ ਜਿਹੜਾ ਮੋਟੋ ਹੈਗਾ ਇਹਨਾਂ ਦਾ ਦਿੱਲੀ ਇਹ ਸਰਕਾਰ ਦਾ ਜਿਹੜਾ ਹੈਗਾ। ਇੱਕ ਵਾਰ ਤੁਹਾਨੂੰ ਫਿਰ ਹੋਰ ਘੁੰਮ ਕੇ ਵੀ ਦਿਖਾਉਂਦੇ ਆ। ਇੰਨਾ ਕੁ ਦਾ ਏਰੀਆ ਜਿਹੜਾ ਹੈਗਾ ਉਹ ਕਵਰ ਕੀਤਾ ਹੋਇਆ ਹੈਗਾ। ਇੱਥੋਂ ਤੁਸੀਂ ਅੰਦਰਲੇ ਪਾਸੋਂ ਤੁਸੀਂ ਜਦੋਂ ਡਾਕਟਰ ਨੂੰ ਚੈੱਕਅਪ ਕਰਾ ਕੇ ਆਉਂਦੇ ਹੋ ਤਾਂ ਬਾਹਰ ਆ ਕੇ ਤੁਹਾਨੂੰ ਇੱਥੇ ਦਵਾਈ ਜਿਹੜੀ ਹੈਗੀ ਆ ਉਹ ਮਿਲਦੀ ਹੁੰਦੀ ਹੈ। ਨੋ ਮਾਸਕ ਨੋ ਮੈਡੀਸਿਨ ਦਾ ਜਿਹੜਾ ਕਰੋਨਾ ਦਾ ਜਿਹੜਾ ਹੈਗਾ ਇੱਕ ਉਹ ਵੀ ਮੈਸੇਜ ਇੱਥੇ ਦਿੱਤਾ ਜਾ ਰਿਹਾ। ਇੱਥੋਂ ਤੁਹਾਨੂੰ ਮੈਡੀਸਨ ਵੀ ਜਿਹੜੀ ਹੈਗੀ ਮਿਲ ਜਾਂਦੀ ਹੈ। ਸੋ ਘਰ ਘਰ ਸਵਾਸਥ ਲੈ ਜਾਏਂਗੇ, ਰੋਗ ਮੁਕਤ ਸ਼ਹਿਰ ਬਣਾਏਂਗੇ ਦਾ ਕਨਸੈਪਟ ਸੀਗਾ ਜਿਹੜਾ ਹਾਲੇ ਤੱਕ ਫੁੱਲ ਬਟਾ ਫੁੱਲ ਜਿਹੜੇ ਨੰਬਰ ਹੈ ਉਹ ਗਵਰਨਮੈਂਟ ਸਿਸਟਮ ਦਿੱਤੇ ਜਾ ਰਹੇ ਹੈਗੇ ਨੇ। ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਜਿਹੜੀ ਪਾਰਟੀ ਇੱਥੇ ਰੂਲ ਕਰ ਰਹੀ ਹੈ ਉਹਦੀ ਸਕਸੈਸ ਦਾ ਰਾਹ ਜਿਹੜਾ ਹੈਗਾ ਇਹ ਮੁਹੱਲਾ ਕਲੀਨਿਕ ਹੈਗੇ ਨੇ। ਸੋ ਸਰਦਾਰ ਸਾਹਿਬ ਇਹ ਮੁਹੱਲਾ ਕਲੀਨਿਕ ਜਦ ਤੋਂ ਖੁੱਲੇ ਹੈਗੇ ਨੇ ਕਿੰਨੇ ਕੁ ਬੈਨੀਫੀਸ਼ੀਅਲ ਹੈਗੇ ਨੇ ਲੋਕਾਂ ਲਈ? ਇਹ ਲੋਕਾਂ ਨੂੰ, ਗਰੀਬ ਆਦਮੀ ਨੂੰ ਬਹੁਤ ਫਾਇਦਾ ਹੈਗਾ ਹੈ। ਅੱਛਾ ਜੀ। ਜਿਹੜਾ ਅੰਦਰ ਦਵਾਈ ਵੀ ਵਧੀਆ ਮਿਲਦੀ ਹੈ ਔਰ ਮੇਰੇ ਖਿਆਲ ਨਾਲ ਸਾਡੇ ਦੁਕਾਨ 'ਤੇ ਮੁੰਡੇ ਕਈ ਆਉਂਦੇ ਨੇ, ਇੱਥੋਂ ਲੈ ਜਾਂਦੇ ਨੇ ਦਵਾਈ, ਇੱਕ ਦਿਨ 'ਚ ਇੱਕ ਖੁਰਾਕ ਹੀ ਠੀਕ ਹੋ ਜਾਂਦੇ ਨੇ। ਕੋਈ ਬੁਖਾਰ ਹੁੰਦਾ, ਕੁਛ ਹੁੰਦਾ ਤਾਂ ਫਟਾਫਟ ਠੀਕ ਹੋ ਜਾਂਦਾ। ਮੈਂ ਇੱਥੇ ਭੇਜਣਾ ਵਾ ਜਿਹੜਾ ਆਉਂਦਾ, ਦਵਾਈ ਬਹੁਤ ਵਧੀਆ ਮਿਲਦੀ ਹੈਗੀ ਹੈ। ਕਿੰਨੇ ਸਿਰ ਤੋਂ ਰਹਿ ਰਹੇ ਹੋ ਦਿੱਲੀ 'ਚ? ਦਿੱਲੀ ਸਾਡੇ ਪੈਦਾਇਸ਼ ਦਿੱਲੀ ਦੀ ਹੈਗੀ ਹੈ। ਅੱਛਾ, ਮੈਂ ਫਿਰ ਵੀ ਕਿੰਨੇ ਸਾਲ ਹੋ ਗਏ? ਤੁਹਾਡੀ ਉਮਰ ਕਿੰਨੀ ਹੈ ਹੁਣ? ਮੇਰੀ ਹੈਗੀ 66 ਸਾਲ ਦੀ ਉਮਰ ਹੈ। 66 ਸਾਲ ਦੇ ਤੁਸੀਂ ਹੋ ਗਏ ਹੋ? ਹਾਂਜੀ।
ਜਨਮ ਤੁਹਾਡਾ ਦਿੱਲੀ ਦਾ ਹੀ ਹੈ। ਹਾਂਜੀ, ਅੱਜ ਹਾਂਜੀ। ਤੱਕ ਕਈ ਸਰਕਾਰਾਂ ਦੇਖੀਆਂ ਹੋਣੀਆਂ ਤੁਸੀਂ ਇੱਥੇ, ਹਾਂਜੀ। ਤੇ ਲੱਗਦਾ ਨਹੀਂ ਕਦੀ ਇਸ ਤਰ੍ਹਾਂ ਦੀ ਫੈਸਿਲਿਟੀ ਦੇਣ ਲਈ ਸਰਕਾਰਾਂ ਨੇ ਸੋਚਿਆ ਨਹੀਂ? ਕਦੀ ਇੰਨਾ ਹੁੰਦਾ ਨਹੀਂ ਹੈਗਾ, ਵੈਸੇ ਥੋੜਾ ਬਹੁਤਾ ਹੁੰਦਾ ਸੀ, ਪਰ ਇੱਥੇ ਬਹੁਤ ਵਧੀਆ ਹੁੰਦਾ ਹੈਗਾ। ਅੱਛਾ ਅੱਛਾ, ਇਹ ਮਤਲਬ ਤੁਸੀਂ ਹੋਰ ਵੀ ਸੁਣਦੇ ਹੋਵੋਗੇ, ਇਹ ਸਿਰਫ ਕੋਈ ਵੀਆਈਪੀ ਇਲਾਕਿਆਂ 'ਚ ਹੀ ਹੈ ਜਾਂ ਸਾਰੀ ਦਿੱਲੀ 'ਚ ਹੈਗੇ ਨੇ ਇਸ ਤਰ੍ਹਾਂ ਦੇ ਕਲੀਨਿਕ? ਕਈ ਵਾਰ ਹੁੰਦਾ ਨਾ ਦਿਖਾਉਣ ਲਈ ਲੋਕਾਂ ਨੂੰ ਕੁਝ ਇਲਾਕਿਆਂ 'ਚ ਦੇਖੋ ਜੀ, ਇਹ ਤੇ ਵੈਸੇ ਚਾਹੀਦੇ ਗਰੀਬ ਆਦਮੀ ਨੂੰ ਚਾਹੀਦੇ ਹੈਗੇ ਨੇ, ਅਮੀਰ ਤੇ ਚਾਹੀਦੇ ਨਹੀਂ ਹੈਗੇ। ਗਰੀਬ ਨੂੰ ਦਿੱਕਤ ਹੁੰਦੀ ਹੈ, ਹੋਰ ਕੁਝ ਨਹੀਂ ਹੁੰਦੀ। ਗਰੀਬ ਨੂੰ ਦਿੱਕਤ ਹੁੰਦੀ ਹੈ, ਉਹ ਗਰੀਬ ਹੀ ਆ ਸਕਦਾ, ਉਹ ਤੇ ਜਾਏਗਾ, ਵੱਡੇ 'ਚ ਜਾ ਕੇ ਲੁੱਟਦੇ ਨੇ। ਸਾਡੇ ਪੋਤੇ ਦਾ ਵੀ ਹੋਇਆ ਸੀ, ਔਰ ਦੋਤੇ ਦਾ ਪਾਣੀ ਪੈ ਗਿਆ, ਗੰਗਾ ਰਾਮ ਲੈ ਗਏ, ਕਹਿੰਦੇ ਲੱਖ ਰੁਪਏ ਜਮ੍ਹਾਂ ਕਰਵਾਓ ਜੀ। ਫਿਰ ਉਹਨੂੰ ਇੱਕ ਦਿਨ ਰੱਖਿਆ, 20,000 ਰੁਪਏ ਕਰਵਾ ਤੇ ਵਾਪਸ ਉਹਨੇ ਕੋਵਿਡ ਕੱਢਤਾ ਜੀ। ਹੁਣ ਦੱਸੋ ਕੀ ਕਰੇਗਾ ਬੰਦਾ? ਇੱਥੇ ਟੈਸਟ ਟੂਸਟ ਵੀ ਹੋ ਜਾਂਦੇ ਆ ਇੱਥੇ? ਹਾਂਜੀ, ਟੈਸਟ ਵੀ ਹੁੰਦੇ ਹੈਗੇ ਨੇ। ਹੁਣ ਮੇਰੇ ਲੱਗੀ ਚੋਟ ਲੱਗ ਗਈ ਸੀ, ਐਕਸੀਡੈਂਟ ਹੋ ਗਿਆ ਸੀ, ਤੇ ਮੈਨੂੰ ਪੱਟੀ ਕਰ ਰਹੇ ਨੇ ਹੁਣ। ਡਿਸਪੈਂਸਰੀ ਨਾਲੋਂ ਕਿੰਨਾ ਕੁ ਫਰਕ ਹੈ ਮਹੱਲਾ ਕਲੀਨਿਕ ਦਾ? ਦਿੱਲੀ ਡਿਸਪੈਂਸਰੀਆਂ ਵੀ ਚੱਲਦੀਆਂ ਹੈਗੀਆਂ ਨੇ। ਮੈਨੂੰ ਤੇ ਇੱਥੇ ਵੇਖਣਾ ਤੇ ਹਰ ਵੇਲੇ ਰਾਸ਼ਨ ਲੱਗਾ ਰਹਿੰਦਾ ਹੈਗਾ, ਕੋਈ ਆਂਦਾ ਜਾਂਦਾ ਰਹਿੰਦਾ ਹੈਗਾ ਇੱਥੇ। ਤੇ ਹੁਣ ਤੁਹਾਨੂੰ ਮਤਲਬ ਤਕਲੀਫ ਹੈ, ਤੁਸੀਂ ਇਹ ਨਹੀਂ ਸੋਚਿਆ ਮੈਂ ਹਸਪਤਾਲ ਜਾਵਾਂ? ਨਹੀਂ, ਮੈਂ ਜਾਂਦਾ ਹੀ ਨਹੀਂ ਹੈਗਾ ਜੀ। ਅੱਛਾ। ਮੈਂ ਤੇ ਬਸ ਡਿਸਪੈਂਸਰੀ ਤੋਂ ਵਧੀਆ ਦਵਾਈ ਮਿਲਦੀ ਹੈਗੀ ਹੈ, ਡਾਕਟਰ ਕੋਲ ਚਲੇ ਜਾਓ ਵਧੀਆ ਦਵਾਈ ਨਹੀਂ ਮਿਲਦੀ ਹੈਗੀ, ਪੈਸੇ ਲੱਗਦੇ ਨੇ ਜ਼ਿਆਦਾ। ਇੱਥੇ ਸਸਤੀ ਕੰਮ ਤੇ ਫ੍ਰੀ ਦਾ ਕੰਮ, सस्ता भी तो फ्री भी आ गया। तो मैडम आपसे ये जानना चाहेंगे कि जिस कंसेप्ट को लेकर ये दिल्ली गवर्नमेंट ने शुरू किए थे मोहल्ला क्लिनिक, उसमें कितनी तरह वो कामयाब हो पाए हैं? जैसे आप देख सकते हैं, आपने डॉक्टर साहब से बात की, पेशेंट से बात की, पूरी तरीके से कामयाब है। और यकीन नहीं होता है कि पहले इतना काम अब जो हो चुका है जो कभी किसी सरकार ने नहीं किया। तो दिल्ली सरकार ने जो अपने वादे किए हैं वो उसको जो है हर तरीके से पूरा कर रही है, और मतलब कोई दिक्कत, किसी को कोई परेशानी नहीं है। जैसे पहले डॉक्टर साहब ने ये बताया कि पहले जो है बहुत ज़्यादा गरीब लोग आते थे, मिडिल क्लास से आते थे, लेकिन अब इतने अच्छे लोग और बहुत हाई फाई लोग भी मोहल्ला क्लिनिक आते हैं, सर्विस लेते हैं। और हमको फ़ोन आता है, मुझे फ़ोन आता है, मैं यहाँ पर जो है यहाँ से सदस्य बनाया हुआ है हमारे विधायक जी ने, तो कभी किसी के टेस्ट कराने होते हैं, दवाइयाँ दिलवानी होती है, तो कोई भी परेशानी नहीं है। और टाइम से मोहल्ला क्लिनिक खुलता है, सभी स्टाफ डॉक्टर अपना ईमानदारी से काम करते हैं। मतलब हर लेवल के व्यक्ति है, जो चाहे जी, अमीर है, गरीब है, जी। बीपीएल है, हर व्यक्ति का विश्वास बन रहा है। हाँ जी, बिल्कुल बिल्कुल विश्वास बन रहा है। ਵਿਜੇ ਦੀਪ ਬਾਜਵਾ ਦੇ ਨਾਲ ਬਲਜੀਤ ਮਰਵਾਹਾ, ਕਰੋਲ ਬਾਗ, ਸਕਰੋਲ ਪੰਜਾਬ, ਦਿੱਲੀ। ਸਤਿ ਸ਼੍ਰੀ ਅਕਾਲ ਜੀ, ਮੈਂ ਰੁਪਿੰਦਰ ਸਿੰਘ ਫਰੀਬਰਡ ਅਬਰੋਡ ਕੰਸਲਟੈਂਟ ਚੰਡੀਗੜ੍ਹ ਤੋਂ। ਜੇਕਰ ਤੁਸੀਂ ਕੀਤੀ ਹੋਈ ਹੈ ANM, GNM ਔਰ BSc ਨਰਸਿੰਗ ਔਰ ਤੁਹਾਡੇ ਕੋਲ ਹੈ IELTS ਵਿੱਚ 5.5 ਬੈਂਡ, ਤਾਂ ਤੁਸੀਂ ਕੈਨੇਡਾ ਦੇ ਵਿੱਚ ਪਰਮਾਨੈਂਟ ਸੈਟਲ ਹੋ ਸਕਦੇ ਹੋ। ਫਰੀਬਰਡ ਕੰਸਲਟੈਂਟ ਤੁਹਾਡੇ ਲਈ ਚੰਡੀਗੜ੍ਹ ਦੇ ਵਿੱਚ 29 ਜਨਵਰੀ 2022 ਨੂੰ ਮੈਗਾ ਸੈਮੀਨਾਰ ਲੈ ਕੇ ਆ ਰਹੀ ਹੈ, ਜਿਸ ਦਾ ਹਿੱਸਾ ਬਣ ਕੇ ਤੁਸੀਂ ਆਪਣੇ ਬਾਹਰ ਜਾਣ ਦੇ ਭਵਿੱਖ ਨੂੰ ਸੁਖਾਲਾ ਬਣਾ ਸਕਦੇ ਹੋ, ਵੀਜ਼ਾ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਗਏ ਨੰਬਰਾਂ ਤੇ ਕਾਲ ਕਰੋ। ਧੰਨਵਾਦ ਜੀ।